ਸਤਨਾਮ ਸ਼੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਵੀ ਸਚ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਰਹਿਮਤ ਕਿਰਪਾ ਬਖਸ਼ਿਸ਼ ਦਾ ਸਦਕਾ ਸਾਨੂੰ ਤੁਹਾਨੂੰ ਸਭ ਨੂੰ ਸੇਵਾ ਦਾ ਸੁਭਾਗ ਸਮਾਂ ਮਿਲਿਆ ਜੀ। ਲੜੀਵਾਰ ਕਥਾ ਵਿਚਾਰ ਦਾਤੇ ਦੀ ਕਿਰਪਾ ਦੇ ਨਾਲ ਸਮੂਹ ਸੰਗਤਾਂ ਨੂੰ ਪ੍ਰਾਪਤ ਹੋਈ ਹੈ। ਜਿਤਨੇ ਵੀ ਸਰੀਰ ਇਸ ਮਹਾਨ ਕੁੰਭ ਦੇ ਵਿੱਚ ਤਨ ਮਨ ਧਨ ਦੇ ਨਾਲ ਆਪ ਜੀ ਹਾਜ਼ਰੀਆਂ ਭਰਦੇ ਹੋ, ਸਭ ਧਨਤਾ ਦੇ ਯੋਗ ਹੋ, ਵੱਡਿਆਂ ਕਰਮਾਂ ਵਾਲੇ ਹੋ। ਸਵਾਉ ਗੁਰਸਿੱਖ ਪਿਆਰਿਓ, ਜਿੰਨਾ ਕੁ ਸਮਾਂ ਸਤਿਗੁਰ ਬਖਸ਼ਦੇ ਨੇ ਮਨ ਬਿਰਤੀਆਂ ਕਾਗਰ ਕਰਕੇ ਗੁਰੂ ਚਰਨਾਂ 'ਚ ਜੁੜੀਏ। ਲੜੀਵਾਰ ਕਥਾ ਵਿਚਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚੇ ਪਾਤਸ਼ਾਹ ਜੀ ਦੇ ਪਾਵਨ ਬਚਨਾਂ ਦੀ ਵਿਚਾਰ ਚੱਲ ਰਹੀ ਹੈ। ਪੰਚਮ ਪਾਤਸ਼ਾਹ ਦੇ ਸ਼ਬਦ ਆਪਾਂ ਵਿਚਾਰ ਰਹੇ ਹਾਂ। ਦਾਤੂਗੁਰ ਮਹਾਰਾਜ ਚੇ ਪਾਤਸ਼ਾਹ ਦਾਤਾਰ ਪਿਤਾ ਕਿਰਪਾ ਕਰਨ, ਸਿਰ ਤੇ ਮੇਰਾ ਭਰਿਆ ਹੱਥ ਰੱਖਣ, ਬਾਣੀ ਸ਼ੁੱਧ ਪੜ੍ਹਨ ਦਾ, ਸੁਣਨ ਦਾ, ਹਿਰਦੇ ਵਸਾਉਣ ਦਾ ਬਲ ਬਖਸ਼ਣ। ਹਿਰਦੇ ਵੀ ਤਾਂ ਵਸਣੀਆਂ ਜੇ ਧਿਆਨ ਹੋਊਗਾ। ਜਿਹੜੀ ਚੀਜ਼ ਧਿਆਨ ਨਾਲ ਕਰਾਂਗੇ ਉਹਨੇ ਅੰਦਰ ਵੀ ਵਸ ਜਾਣਾ। ਧਿਆਨ ਨਾਲ ਸੁਣਾਂਗੇ ਅੰਦਰ ਵੀ ਵਸ ਜੂ। ਧਿਆਨ ਹੀ ਨਹੀਂ ਸੁਣਨ 'ਚ ਸੁਣਾਉਣ 'ਚ, ਉਹਨੇ ਅੰਦਰ ਨਹੀਂ ਵਸਣਾ ਜੀ, ਉੱਪਰ ਦੀ ਲੰਘ ਜਾਣਾ।
ਕੋਈ ਵੀ ਕੰਮ ਹੈ ਮਨ ਲਾ ਕੇ ਜਦੋਂ ਕਰਾਂਗੇ ਉਹਦੀ ਨੌਲੇਜ ਵੀ ਪੂਰੀ ਆਏਗੀ। ਜਿਹੜੇ ਬੱਚੇ ਮਨ ਲਾ ਕੇ ਪੜ੍ਹਾਈ ਕਰਦੇ ਆ ਵਧੀਆ ਚੰਗੇ ਨੰਬਰ ਪ੍ਰਾਪਤ ਹੁੰਦੇ ਆ ਉਹਨਾਂ ਨੂੰ। ਤੇ ਜਿਹਨਾਂ ਦੇ ਮਨ ਨਹੀਂ ਲਾਇਆ ਕੇਵਲ ਪਰੌਂਠੇ ਖਾ ਕੇ ਮੁੜ ਕੇ ਆਉਂਦੇ ਨੇ ਸਕੂਲ ਦੇ ਵਿੱਚੋਂ, ਕੀ ਹੁੰਦਾ ਫੇਲੇ ਹੋਣਗੇ ਬਾਅਦ 'ਚ। ਕੋਸ਼ਿਸ਼ ਕਰੀਏ ਮਹਾਰਾਜ ਦੇ ਅਮੋਲਕ ਬਚਨਾਂ ਨੂੰ ਹਿਰਦੇ ਵਸਾਉਣ ਦੀ। ਕੱਲ ਜੋ ਵਿਚਾਰੇ ਅਸੀਂ ਆਪਾਂ ਕੋਈ ਧਿਆਨ ਲਾਉਂਦਾ, ਕੋਈ ਗਿਆਨ ਕਮਾਉਣ ਦੇ ਵਿੱਚ ਲੱਗੇ ਨੇ, ਵਿਦਵਤਾ ਕਹਿ ਲਈਏ। ਸਵਾਲ ਸੀ ਕਿ ਜਿਹੜੇ ਜਗਿਆਸੂ ਨੇ ਨਾ, ਜਗਿਆਸੂ ਜੋ ਸੰਸਾਰਿਕ ਜੀਵ, ਪਰਮੇਸ਼ਰ ਦੇ ਜੀਵ ਰੂਪ ਇਸਤਰੀਆਂ, ਸਾਰੇ ਜਗਿਆਸੂ ਆਪਾਂ, ਜਿਨ੍ਹਾਂ ਦੇ ਅੰਦਰ ਰੱਬ ਨੂੰ ਮਿਲਣ ਦੀ ਚਾਹਨਾ ਪੈਦਾ ਹੁੰਦੀ ਹੈ। ਜਗਿਆਸੂ ਕੋਈ ਧਿਆਨ ਲਾਉਂਦਾ ਹੈ, ਕੋਈ ਗਿਆਨ ਕਮਾਉਂਦਾ ਹੈ। ਪ੍ਰਭ ਕਿਨਹੀ ਜਾਤਾ, ਪਰਮਾਤਮਾ ਨੂੰ ਕਿਹਨੇ ਜਾਣਿਆ। ਜਾਣਦਾ ਕੌਣ ਹੈ? ਪਰਮੇਸ਼ਰ ਨੂੰ। ਅਗਲੇ ਬਚਨ ਮਹਾਰਾਜ ਕਹਿੰਦੇ ਆ, ਭਗਉਤੀ ਰਹਿਤ ਜੁਗਤਾ, ਜੋਗੀ ਕਹਿਤ ਮੁਗਤਾ, ਤਪਸੀ ਤਪੈ ਰਾਤਾ। ਭਗਉਤੀ ਕਹੀਏ ਰਾਸ ਧਾਰੀਏ, ਰਾਸ ਦੀ ਹੀ ਜੁਗਤੀ ਵਿੱਚ ਰਹਿੰਦੇ ਨੇ। ਜੋਗੀ ਕਹਿੰਦੇ ਨੇ ਕਿ ਅਸੀਂ ਹੀ ਮੁਕਤਾਂ। ਤਪਸਵੀ ਲੋਕ ਕਹਿੰਦੇ ਆ ਤਪ ਵਿੱਚ ਹੀ ਰਤਨਾ ਜਿਹੜਾ ਉਹਨੂੰ ਪਾਉਣਾ, ਵੀ ਅਸੀਂ ਰੰਗੇ ਹੋਏ ਆ ਤਪ ਦੇ ਵਿੱਚ। ਮਹਾਰਾਜ ਕਹਿੰਦੇ ਆ, ਮੋਨੀ ਮੋਨ ਧਾਰੀ, ਸੰਨਿਆਸੀ ਬ੍ਰਹਮਚਾਰੀ, ਉਦਾਸੀ ਉਦਾਸ ਰਾਤਾ। ਦੂਸਰਾ ਅਰਥ ਚੱਲ ਰਿਹਾ ਗੁਰਬਾਣੀ ਦਾ। ਮੋਨੀ ਮੋਨ ਧਾਰਨ ਵਿੱਚ ਹੀ ਰਤੇ ਨੇ, ਵੀ ਆਈ ਮੰਜ਼ਿਲ ਹੈ। ਸੰਨਿਆਸੀ ਸੰਨਿਆਸ ਪੁਣੇ ਵਿੱਚ, ਅਤੇ ਬ੍ਰਹਮਚਾਰੀ ਜਿਹੜੇ ਨੇ ਬ੍ਰਹਮਚਰਜ ਇਹਦੇ ਵਿੱਚ ਹੀ ਰਤੇ ਨੇ। ਉਦਾਸੀ ਜਿਹੜੇ ਨੇ ਉਦਾਸ ਪੁਣੇ ਵਿੱਚ ਹੀ ਰਤੇ ਹੋਏ ਨੇ। ਭਾਵ ਉਹ ਕਹਿੰਦੇ ਨੇ ਕਿ ਉਪਰਾਮ ਰਹਿਣ ਨਾਲ ਹੀ ਪ੍ਰਮਾਤਮਾ ਪ੍ਰਾਪਤ ਹੋ ਜਾਂਦਾ ਹੈ। ਉਦਾਸੀ ਮਤ ਧਾਰਨ ਕਰ ਲਓ ਵੀ ਰੱਬ ਮਿਲ ਜੂਗਾ। ਮਹਾਰਾਜ ਕਹਿੰਦੇ ਆ, ਭਗਤ ਨਵੈ ਪ੍ਰਕਾਰਾ, ਪੰਡਤ ਵੇਦ ਪੁਕਾਰਾ, ਗ੍ਰਸਤੀ ਗ੍ਰਸਤ ਧਰਮਾਤਾ। ਭਗਤ ਜਨ 9 ਪ੍ਰਕਾਰਾ, ਭਾਵ 9 ਪ੍ਰਕਾਰ ਦੀ ਭਗਤੀ ਵਿੱਚ ਰਤੇ ਨੇ। ਪਿੱਛੇ ਆਪਾਂ ਵਿਚਾਰ ਕੇ ਆਏ ਆ 9 ਪ੍ਰਕਾਰ ਦੀ ਭਗਤੀ। ਕੋਈ ਕਿਵੇਂ ਭਗਤੀ ਕਰਦਾ ਹੈ, ਕੋਈ ਕਿਵੇਂ ਕਰਦਾ ਹੈ। ਪੰਡਤ ਵੇਦ ਪੁਕਾਰਾ, ਪੰਡਤ ਵੇਦਾਂ ਨੂੰ ਪੁਕਾਰਨ ਵਿੱਚ ਹੀ ਲੱਗੇ ਨੇ। ਗ੍ਰਸਤੀ ਕਹੀਏ, ਗ੍ਰਸਤੀ ਗ੍ਰਸਤ ਧਰਮਾਤਾ, ਧਰਮ ਦੇ ਵਿੱਚ ਹੀ ਮਸਤ ਹੋਏ ਰਹਿੰਦੇ ਨੇ। ਉਹਨਾਂ ਨੂੰ ਰੱਬ ਵਾਲਾ ਪਾਸੇ ਹੀ ਨਹੀਂ ਚੇਤਾ। ਮਹਾਰਾਜ ਕਹਿੰਦੇ ਆ, ਇੱਕ ਸ਼ਬਦੀ ਬਹੁ ਰੂਪ ਅਪਤੂਤਾ, ਕਾਪੜੀ ਕੌਤੇ ਜਾ ਗੂਤਾ, ਇੱਕ ਤੀਰਥ ਨਹਾਤਾ। ਇੱਕ ਸ਼ਬਦੀ ਕਹੀਏ ਅਲੱਖ ਨੂੰ ਜਗਾਉਣ ਵਾਲੇ, ਅਲੱਖ ਜਗਾਉਣ ਵਿੱਚ। ਬਹੁ ਰੂਪ ਕਹੀਏ, ਬਹੁ ਰੂਪੀਏ ਬਹੁਤੇ ਰੂਪਾਂ 'ਚ। ਅਵਧੂਤਾ ਕਹੀਏ ਬ੍ਰਖਤ ਸਾਧੂ, ਬ੍ਰਖਤ ਪੁਣੇ ਵਿੱਚ ਮਸਤ ਰਹਿੰਦੇ ਨੇ। ਦੂਰ ਰਹਿਣਗੇ ਕਿਤੇ, ਬ੍ਰਖਤ ਕੁਟੀਆ। ਮਾਇਆ ਤੋਂ, ਪਦਾਰਥਾਂ ਤੋਂ ਬੜੇ ਦੂਰ ਨੇ। ਬਸਤਰ ਵੀ ਨਾ ਮਾਤਰੇ ਹੁੰਦੇ ਉਹਨਾਂ ਕੋਲ। ਬ੍ਰਖਤ ਰਹਿਣਾ, ਉਪਰਾਮ ਰਹਿਣਾ। ਇਸ ਰੰਗ ਦੇ ਵਿੱਚ ਉਹ ਰੰਗੇ ਨੇ। ਕਾਪੜੀ ਕਹੀਏ ਕੱਪੜੇ ਰੱਖਣ ਵਾਲੇ, ਕਾਪੜੀ ਭੇਖ ਵਾਲੇ, ਆਪਣੇ ਭੇਖ ਦੇ ਵਿੱਚ
ਕਵਿਤੇ ਕਹੀਏ ਕਵਿਤਾ ਰਚਨ ਵਾਲੇ ਆਪਣੀ ਕਵਿਤਾ ਵਿੱਚ, ਅਤੇ ਜਗਉਤਾ ਕਹੀਏ ਜਾਗਣ ਵਾਲੇ ਜਾਗਣ ਵਿੱਚ ਹੀ ਮਸਤ ਰਹਿੰਦੇ ਨੇ। ਇੱਕ ਤੀਰਥਾਂ ਤੇ ਨਹਾਉਣ ਵਾਲੇ ਜਿਹੜੇ ਨੇ, ਭਾਵ ਤੀਰਥਾਂ ਦੇ ਇਸ਼ਨਾਨ ਕਰਨ ਵਾਲੇ ਜਿਹੜੇ ਨੇ, ਉਹ ਕਹਿੰਦੇ ਨਾਲ ਹੀ ਇਹ ਪਰਮੇਸ਼ਰ ਦੀ ਪ੍ਰਾਪਤੀ ਮੰਨਦੇ ਨੇ। ਨਿਰਹਾਰ ਵਰਤੀ ਆਪਰਸਾ, ਇੱਕ ਲੋਕ ਨਾ ਦੇਵੈ ਦਰਸਾ, ਇੱਕ ਮਨ ਹੀ ਗਿਆਤਾ। ਨਿਰਹਾਰ ਕਹੀਏ ਭੋਜਨ ਤੋਂ ਰਹਿਤ, ਭਾਵ ਆਹਾਰ ਦੇ ਤਿਆਗੀ ਪੁਰਖ, ਭੋਜਨ ਦੇ ਨਾ ਖਾਣ ਵਿੱਚ, ਵਰਤ ਰੱਖਣ ਵਿੱਚ, ਦੂਸਰੇ ਨੂੰ ਆਪਣੇ ਨਾਲ ਆਪਰਸ਼ਾ ਕਹੀਏ ਨਾ ਸੂਹ ਦੇਣ ਵਾਲੇ, ਅਪਰਸਤਾ ਵਿੱਚ ਮਸਤ ਹੋਏ ਰਹਿੰਦੇ ਨੇ। ਇੱਕ ਪਰਬਤਾਂ ਦੀਆਂ ਗੁਫਾਵਾਂ ਵਿੱਚ ਲੁਕ ਕੇ ਰਹਿੰਦੇ ਨੇ, ਜੋ ਕਿਸੇ ਨੂੰ ਮਿਲਣਾ ਨਹੀਂ ਚਾਹੁੰਦੇ, ਦਰਸ਼ਨ ਨਹੀਂ ਦਿੰਦੇ, ਤੇ ਇੱਕ ਆਪਣੇ ਮਨ ਦੇ ਵਿੱਚ ਹੀ ਤਿੰਨੇ ਲੋਕਾਂ ਦੇ ਜਾਣਨ ਵਾਲੇ ਬਣੇ ਫਿਰਦੇ ਨੇ। ਇਸੇ ਵਿੱਚ ਹੀ ਪ੍ਰਮਾਤਮਾ ਦੀ ਪ੍ਰਾਪਤੀ ਮੰਨਦੇ ਨੇ। ਤੇ ਮਹਾਰਾਜ ਕਹਿੰਦੇ ਘਾਟ ਨਾ ਕਿਨਹੀ ਕਹਾਇਆ, ਸਭ ਕਹਤੇ ਹੈ ਪਾਇਆ। ਇਉਂ ਕਿਸੇ ਨੇ ਵੀ ਆਪਣੇ ਆਪ ਨੂੰ ਘੱਟ ਨਹੀਂ ਕਹਾਉਣਾ ਕੀਤਾ। ਜਿਹੜੇ ਮਤ ਵਾਲਾ ਜਿਹੜਾ ਮਰਜ਼ੀ ਬੰਦਾ, ਜਿਹੜਾ ਮਰਜ਼ੀ ਧਰਮੀ ਆ, ਕੋਈ ਕਿਵੇਂ ਹੈ, ਸਭ ਦੇ ਮਨ ਵਿੱਚ ਇਹੋ ਹੈ ਕਿ ਅਸੀਂ ਘੱਟ ਨਹੀਂ, ਅਸੀਂ ਪਾਇਆ। ਸਭ ਕਹੀ ਜਾਂਦੇ ਨੇ ਅਸੀਂ ਪਾ ਲਿਆ, ਕੋਈ ਘੱਟ ਨਹੀਂ ਕਹਾਉਂਦਾ ਆਪਣੇ ਆਪ ਨੂੰ। ਸਾਰੇ ਇਹੀ ਕਹਿੰਦੇ ਆ ਕਿ ਅਸੀਂ ਪਰਮਾਤਮਾ ਨੂੰ ਆਪਣੇ ਯਤਨਾਂ ਨਾਲ ਪਾਉਣਾ ਕੀਤਾ, ਪਾ ਲਿਆ ਸੀ। ਮਹਾਤਮਾ ਕਹਿਣ ਲੱਗੇ ਆ ਕਿ ਭਗਤ ਨਾ ਵਹਿ ਪ੍ਰਕਾਰਾ, ਇਹ ਭਾਈ ਵਹਿ ਕਹੀਏ ਉਸ ਪ੍ਰਕਾਰ ਭਗਤੀ ਕਰਨ ਨਾਲ ਪਰਮਾਤਮਾ ਨੂੰ ਨਹੀਂ ਪਾਇਆ ਜਾਂਦਾ। ਰੱਬ ਕਿ ਨਹੀਂ ਜਾਤਾ, ਰੱਬ ਜਾਣਿਆ ਕਿਹਨਾਂ ਨੇ। ਪਰਮਾਤਮਾ ਨੂੰ ਕਿਸੇ ਨੇ ਹੀ ਜਾਣਿਆ, ਕੋਈ ਵਿਰਲੀ ਹੁੰਦਾ ਹੈ, ਭਾਵ ਕੋਈ ਜਾਣੈ ਕਵ ਇਹਾਂ ਜਗ ਮੀਤ। ਗੱਲ ਇਹ ਨਹੀਂ ਹੈ ਕਿ ਉਹ ਜੋ ਸਾਧਨ ਆਪਾਂ ਪੜ੍ਹੇ ਆ, ਸੰਨਿਆਸੀ ਦੇ, ਬ੍ਰਹਮਚਾਰੀ ਦੇ, ਤੀਰਥਾਂ ਤੇ ਜਾਣਾ, ਉਦਾਸੀ ਰਹਿਣਾ, ਦਾਨ ਪੁੰਨ ਕਰਨਾ, ਘਰਾਂ 'ਚ ਰਹਿਣਾ, ਜਲ ਧਾਰੇ ਮੋਨ ਧਾਰਨਾ, ਬਰਕਤ ਕੁਟੀਆ, ਜਪ ਤਪ ਜੋ ਵੀ ਆ, ਧੂਣੀਆਂ ਤਾਪਣੀਆਂ, ਜਾਣਿਆ ਕਿਹਨੇ ਹੈ? ਉਹ ਕੋਈ ਵਿਰਲੀ ਹੁੰਦਾ। ਸੁਣਿਓ, ਮਹਾਰਾਜ ਕਹਿੰਦੇ ਆ ਕੋਈ ਜਾਣੈ ਕਬ ਨੀਹਾਂ ਜਗ ਮੀਤ। ਕੋਈ ਹੀ ਬੁੱਝਦਾ ਕਿ ਅਸਲੀ ਮਿੱਤਰ ਸੱਜਣ ਕੌਣ ਹੈ, ਕਿਸੇ ਨੇ ਹੀ ਜਾਣਨਾ ਕੀਤਾ। ਫਿਰ ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ, ਤਾਂ ਕੀ ਨਿਰਮਲ ਰੀਤ। ਜਿਤੇ ਉਹ ਕਿਰਪਾ ਕਰਦਾ, ਕਿਰਪਾ ਕੀਤੇ ਆ ਜਿਹੜਾ ਨਿਸਕਾਮ ਹੋ ਕੇ ਤੁਰ ਪੈਂਦਾ, ਜਿਹੜਾ ਉਪਰਾਮ ਹੋ ਕੇ ਤੁਰ ਪੈਂਦਾ, ਜਿਹਨੂੰ ਸੰਸਾਰ ਦੇ ਨਾਲ ਲਗਾਓ ਹੀ ਨਹੀਂ ਰਹਿੰਦਾ ਹੁੰਦਾ, ਉਹ ਵਿੱਚ ਸਾਧਨ ਜਿਹੜਾ ਮਰਜ਼ੀ ਕਰੀ ਜਾਂਦਾ। ਇੱਕ ਧਿਆਨ, ਇੱਕ ਸੁਰਤ, ਬਿਰਤੀ, ਉਹ ਪਰਮਾਤਮਾ ਨਾਲ ਜੁੜ ਜਾਏ। ਜਦੋਂ ਉਸ ਮਾਲਕ ਦਾ ਹਰ ਇੱਕ ਸ਼ੈ ਦੇ ਵਿੱਚੋਂ, ਹਰ ਇੱਕ ਰੰਗ ਦੇ ਵਿੱਚੋਂ ਆਵਾਜ਼ ਹੋਣ ਲੱਗ ਜਾਏ, ਆਨੰਦ ਆਉਣ ਲੱਗ ਜਾਏ ਜੀਵਨ ਦਾ। ਇੱਥੋਂ ਤੱਕ ਆ ਸਰੀਰ ਜਿਹੜਾ ਨਾ, ਸਾਨੂੰ ਸਾਡਾ ਸਰੀਰ, ਇਹਦਾ ਲਗਾਓ, ਸਨੇਹ ਆਉਣੋਂ ਹਟ ਜਾਏ, ਮਹਿਸੂਸ ਹੋਣੋਂ ਹਟ ਜਾਏ। ਬਸ ਕੇਵਲ ਹਵਾ, ਸਾਹ ਆਉਂਦਾ ਜਾਂਦਾ ਹੈ, ਕੁਛ ਵੀ ਮਹਿਸੂਸ ਨਾ ਹੋਵੇ, ਦੁੱਖ ਤਕਲੀਫਾਂ ਕੁਛ ਵੀ, ਤੇ ਸਾਡਾ ਤਾਂ ਧਿਆਨ ਹੀ ਨਹੀਂ ਟਿਕਦਾ। ਸੱਚ ਹੈ ਨਾ ਜੀ ਇਹ ਗੱਲ। ਬੰਦਾ ਬੈਠਿਆ ਹੁੰਦਾ ਸੰਗਤ 'ਚ, ਮਨ ਪਤਾ ਨਹੀਂ ਕਿੱਥੇ ਕਿੱਥੇ ਫਿਰਦਾ ਹੁੰਦਾ।
ਸਰੀਰ ਤਾਂ ਮੋਹ ਅਧਿਆਸ ਆ ਤਿਆਗਣਾ ਬਹੁਤ ਦੂਰ ਦੀ ਗੱਲ ਆ। ਸਾਨੂੰ ਸਾਡਾ ਸਾਹ ਵੀ ਨਾ ਮਹਿਸੂਸ ਹੋਵੇ, ਇਹ ਹੈ ਉਹਦੀ ਪ੍ਰਾਪਤੀ। ਜਦੋਂ ਚੱਕਰ ਚੱਲ ਪੈਂਦਾ ਨਾ ਉਹਦਾ ਅੰਦਰ, ਹਰ ਇੱਕ ਸਾਹ ਦੇ ਨਾਲ ਨਾੜਾਂ 'ਚ ਘੁੰਮਣ ਲੱਗ ਜਾਂਦਾ ਹੈ, ਉਹਦੀ ਜੋਤ ਮਹਿਸੂਸ ਹੋਣ ਲੱਗ ਜਾਂਦੀ ਆ। ਚੱਕਰ ਉਹਦੇ ਨਾਮ ਦਾ, ਬਾਣੀ ਦਾ, ਸਿਮਰਨ ਦਾ, ਉਹ ਘੱਟ ਹੀ ਖੋਦ ਆ। ਆਪਣੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ,